प्रेस वाले सभी साथियों का बहुत बहुत धन्यवाद है जो आप इतनी कड़ाके की ठंड में भी ये पूरी कवरेज कर रहे हैं और देश के कोने कोने तक, दुनिया के कोने कोने तक हमारी बात को, हमारी आवाज को पहुंचा रहे हैं। इसके लिए सदैव हम आपके ऋणी रहेंगे। और सबसे पहले जो आज हम इस प्रेस कॉन्फ्रेंस की जो शुरुआत करेंगे वो जो हमारे डॉक्टर अवतार सिंह जी हैं, 5 रिवर्स एसोसिएशन की टीम के मेन यहाँ पे लीडर हैं और पहले दिन से ही जगजीत सिंह डल्लेवाल जी की सेहत पे बड़ी बारीकी से नजर बनाए हुए हैं। कल रात को जिस तरीके से हालात बिगड़े, इनकी पूरी टीम भी कल रात को सोई नहीं है और इन्होंने जो मेहनत करी है बिना किसी मेडिकल ट्रीटमेंट के, चाहे वो मालिश करने का काम हो, ये पूरी रात ये जगे रहे हैं, पूरे एक्टिव रहे हैं। तो मैं सबसे पहले निवेदन करूंगा जो कल की जो पूरी स्थिति है, पूरी किस तरीके से स्थिति बिगड़ी, उसके बारे में डॉक्टर अवतार जी हैं, वो जरा विस्तार से अपनी बात रखें समय लेके। डॉक्टर अवतार सिंह जी। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਹਾਂ। तो तेज बोलिए, तेज। ਬਾਕੀ ਮੈਂ ਅਵਤਾਰ ਸਿੰਘ, ਟੀਮ ਲੀਡਰ ਡਾਕਟਰ ਸਵੈਮਾਨ। ਜਿੱਦਾਂ ਕੱਲ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਜੋ ਕੱਲ ਉਹਨਾਂ ਦੀ ਸਥਿਤੀ ਵਿਗੜੀ, ਇੱਕ ਵਾਰੀ ਤੇ ਲੱਗਦਾ ਸੀ ਵੀ ਜਿਵੇਂ ਉਹ ਆਪਣਾ ਸਾਥ ਛੱਡ ਕੇ, ਕਿਉਂਕਿ ਉਹ ਅੱਧਾ ਪੌਣਾ ਘੰਟਾ ਉਹਨਾਂ ਕੋਈ ਰਿਸਪੌਂਡ ਨਹੀਂ ਦਿੱਤਾ। ਆਪਣਾ ਜਿਹੜਾ ਮੋਨੀਟਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਰੀਡਿੰਗ ਉਹਨੂੰ ਮਤਲਬ ਬੰਦ ਹੋ ਗਈ। ਇੰਨਾ ਜ਼ਿਆਦਾ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਸਕਿਪ ਹੋ ਗਿਆ ਸੀ। ਸੋ ਬਹੁਤ ਜ਼ਿਆਦਾ ਡਰ ਗਏ ਹਾਂ ਵੀ ਹੁਣ ਕੀ ਕਰੀਏ, ਕਿਉਂਕਿ ਜਿਵੇਂ ਮੰਨ ਲਓ ਵੀ ਇੱਕ ਹਥਿਆਰਾਂ ਤੋਂ ਬਿਨਾ ਸੋਲਜਰ ਨੂੰ ਲੜਨ ਵਾਲਾ ਕੰਮ ਸੀ, ਕਿਉਂਕਿ ਕੋਈ ਟ੍ਰੀਟਮੈਂਟ ਨਹੀਂ ਕਰਨਾ ਕੋਈ। ਉਹਨਾਂ ਨੇ ਸਾਰਾ ਪ੍ਰਧਾਨ ਜੀ ਉਹਨਾਂ ਨੇ ਖੁਦ ਸਾਨੂੰ ਕਿਹਾ ਵੀ ਕੋਈ ਵੀ ਤੁਹਾਡੇ ਸਾਹਮਣੇ ਮੇਰੀ ਜਾਨ ਨਿਕਲ ਜੇ, ਤੁਸੀਂ ਕੋਈ ਮੇਰਾ ਟ੍ਰੀਟਮੈਂਟ ਨਹੀਂ ਕਰਨਾ। ਸੋ ਉਹਦੇ ਕਰਦਿਆਂ ਵੀ ਉਹਨਾਂ ਦਾ ਜਿਵੇਂ ਉਹਨਾਂ ਦਾ ਇੰਨਾ ਜ਼ਿਆਦਾ ਹੁਣ ਸਰੀਰ ਡਾਊਨ ਹੋ ਗਿਆ। ਅੱਗੇ ਥੋੜੀ ਜਿਹੀ ਐਕਟੀਵਿਟੀ ਕਰਦੇ ਸੀ ਜਾਂ ਕੋਈ ਕੱਪੜੇ ਚੇਂਜ ਕਰਨ ਲੱਗਿਆ ਉਹਨਾਂ ਦੇ ਜਿਵੇਂ ਚੱਕਰ ਆਉਂਦੇ ਸੀ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੁੰਦਾ ਸੀ। ਕੱਲ ਉਹਨਾਂ ਦਾ ਲੰਮੇ ਪਿਆ ਹੀ ਉਹਨਾਂ ਨੂੰ ਵੋਮਟਿੰਗ ਆਈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ, ਬਹੁਤ ਜ਼ਿਆਦਾ ਸਿਹਤ ਡਾਊਨ ਹੋ ਗਈ। ਡਾਕਟਰ ਸਵੈਮਾਨ ਜੀ ਵੀ ਸਾਡੇ ਨਾਲ ਸਾਰੀ ਰਾਤ ਫੋਨ ਤੇ ਬਣੇ ਰਹੇ, ਸਾਡੀ ਸਾਰੀ ਟੀਮ ਉਹਨਾਂ ਦੇ ਲਾਗੇ ਬੈਠੀ ਰਹੀ। ਜਦੋਂ ਵੀ ਉਹਨਾਂ ਦੀਆਂ ਲੱਤਾਂ ਥੋੜੀਆਂ ਜਿਵੇਂ ਉਹਨਾਂ 1.5-2 ਫੁੱਟ ਉਹਨਾਂ ਦੀਆਂ ਲੱਤਾਂ ਸਿਰ ਤੋਂ ਉੱਪਰ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਸਹੀ ਰਹਿੰਦਾ। ਜਦੋਂ ਥੋੜਾ ਜਿਹਾ ਵੀ ਨੀਵਾਂ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਉਹਨਾਂ ਦਾ ਮਤਲਬ ਲੋ ਆਉਣਾ ਸ਼ੁਰੂ ਹੋ ਜਾਂਦਾ। ਇੰਨੀ ਜ਼ਿਆਦਾ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ। ਹੁਣ ਵੀ ਅੱਜ ਵੀ ਮਤਲਬ ਹੁਣ ਵੀ ਆਪਣੀ ਟੀਮ ਉਹਨਾਂ ਦੇ ਲਾਗੇ ਬੈਠੀ ਆ। ਹੁਣ ਵੀ ਉਹਨਾਂ ਦੀਆਂ ਲੱਤਾਂ ਮਤਲਬ ਸਿਰ ਦੇ ਨਾਲੋਂ 1.5 ਫੁੱਟ ਉੱਪਰ ਮਤਲਬ ਰੱਖੀਆਂ ਵਾ। ਫਿਰ ਜਾ ਕੇ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਸਟੇਬਲ ਨਹੀਂ ਮੈਂ ਕਹਿ ਸਕਦਾ, ਕਿਉਂਕਿ ਅਜੇ ਵੀ ਕਦੀ ਮਤਲਬ 90 ਤੋਂ ਥੱਲੇ ਚੱਲ ਜਾਂਦਾ ਵਾ, ਹਨਾ। ਤੇ ਬਹੁਤ ਜ਼ਿਆਦਾ ਸਿਹਤ ਡਾਊਨ ਆ। ਮੈਂ ਮਤਲਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸਾਡੀ ਟੀਮ ਵੱਲੋਂ ਪੂਰਾ ਮਤਲਬ ਉਹਨਾਂ ਦੀ ਜਿੰਨੀ ਵੀ ਬਿਨਾਂ ਮੈਡੀਸਨ ਤੋਂ ਮਿਹਨਤ ਅਸੀਂ ਕਰ ਰਹੇ ਆ। ਸੋ ਫਿਰ ਵੀ ਉਹਨਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਆ। ਅੱਜ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਡਾਊਨ ਆ। ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ। ਮੈਂ ਨਾ ਵੀ ਉਹਨਾਂ ਦੀ ਬਾਤਚੀਤ ਕਰਕੇ, ਉਹਨਾਂ ਨਾਲ ਕੋਈ ਗੱਲਬਾਤ ਕਰਕੇ ਇਸ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ। ਨਹੀਂ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਆ ਉਹ ਉਸੇ ਹੁਣ ਪਤਾ ਨਹੀਂ ਆਪਾਂ ਨੂੰ ਹੁਣੇ ਆਵਾਜ਼ ਵਾਜੇ ਵੀ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਡਾਊਨ ਹੋ ਗਈ ਆ। ਸੋ ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਡਾਊਨ, ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਵਾ। ਸੋ ਧੰਨਵਾਦ। हम दोनों फोरमों की तरफ से और डॉक्टर स्वाईमान जी की मेडिकल टीम का और जो सरकारी डॉक्टरों की भी टीम यहाँ मौजूद रही है और डॉक्टर अवतार सिंह जी के साथ ही कोऑर्डिनेट करके वो पूरी मॉनिटरिंग वो भी कर रहे हैं। हम पूरी टीम का दोनों फोरमों की तरफ से विशेष धन्यवाद भी करते हैं। ना ये दिन देखते ना ये रात देखते पूरी नजर बनाए हुए हैं। और जैसा उन्होंने कहा, जगजीत सिंह डल्लेवाल जी की बिल्कुल स्पष्ट और विशेष हिदायत है कि किसी भी तरीके की मुझे मेडिकल ट्रीटमेंट नहीं देनी है, लेकिन उसके बावजूद ये मॉनिटरिंग पूरे 24 घंटे करने का काम कर रहे हैं, दिन रात एक कर रहे हैं। इनका जो संघर्ष, जो इनका मेहनत है, उसके लिए हम विशेष तौर पे इनके हम सदैव ऋणी रहेंगे। और साथियों, एक बात आज हर किसान के मन में है पूरे देश के अंदर कि जो वायदे अलग अलग सरकारों ने अलग अलग समयों पे किए थे, उन वायदों को पूरा कराने के लिए एक 68 वर्षीय किसान नेता जो कैंसर से पीड़ित हैं, उनको 43 दिन हो गए हैं बगैर कुछ खाए हुए, पानी के अलावा कुछ पिए हुए। लेकिन जो हमारे देश के मुखिया हैं, जो हमारे देश के प्रधानमंत्री हैं, उनका दिल फिर भी नहीं पसीज रहा। एक प्रधानमंत्री के तौर पे, एक इंसान के तौर पे, नैतिकता के नाते, इंसानियत के नाते
उनको इस स्थिति के ऊपर गंभीरता से विचार करना चाहिए। जिस तरीके से 4 जनवरी को सरदार जगजीत सिंह डल्लेवाल जी के एक आह्वान पे लाखों लोग यहां पहुंचे थे, परमात्मा ना करे अगर सरदार जगजीत सिंह डल्लेवाल जी के साथ कुछ अनहोनी होगी तो शायद फिर केंद्र सरकार के भी कंट्रोल में स्थिति नहीं रहेगी। केंद्र सरकार को यह प्रयास करना चाहिए कि स्थिति वहां तक ना जाए। अगर सरदार जगजीत सिंह डल्लेवाल जी को कुछ होता है तो वर्तमान सरकार के कार्यकाल के ऊपर एक ऐसा धब्बा लग जाएगा जिसको शायद वे कभी साफ नहीं कर पाएंगे, और वो भी नहीं चाहते होंगे कि ऐसा धब्बा उनके ऊपर लगे। ऐसी चीज कभी अंग्रेजों के समय भी नहीं हुई, आजादी के बाद भी नहीं हुई कि कोई व्यक्ति इतने बड़े जन समर्थन के साथ आमरण अनशन पे बैठा हो और सरकार उनकी बातों की तरफ कोई गौर नहीं कर रही। दूसरी बात, देश से लगातार जन समर्थन हमें मिल रहा है। कल महाराष्ट्र के अकोला से एक किसान संगठन के प्रतिनिधि आए थे और उन्होंने अपने अकोला जिले से 30,000 लोगों के हस्ताक्षर कराए हैं एमएसपी गारंटी कानून के समर्थन में। कल महाराष्ट्र से एक बहुत पुराने लीडर अनिल घनवट जी, शेतकारी संगठन के प्रधान, वो भी अपने पूरे डेलीगेशन के साथ आए थे, आज भी अभी यहीं हैं, और उन्होंने विशेष तौर पे ये कहा है कि आगे सरदार जगजीत सिंह डल्लेवाल जी की तरफ से जो भी संदेश आएगा उसको महाराष्ट्र में वो अपनी कैपेसिटी के अनुसार लागू करेंगे। और अंतिम बात साथियों, मैं ये कहना चाह रहा हूं कि दोनों फोरमों ने जैसे कार्यक्रम दिया, 10 जनवरी को सरदार जगजीत सिंह डल्लेवाल जी के समर्थन में, एमएसपी गारंटी कानून के समर्थन में और वर्तमान सरकार की तानाशाही भरी नीतियों के खिलाफ मोदी सरकार के पुतले गांव-गांव में जलाए जाएंगे। हमारा दोनों फोरमों की तरफ से सभी देशवासियों को यह हाथ जोड़ के प्रार्थना है, निवेदन है कि सरदार जगजीत सिंह डल्लेवाल जी आज पूरे देश के किसानों के भविष्य को बचाने की लड़ाई लड़ रहे हैं। सड़क से लेकर संसद तक एमएसपी गारंटी कानून के मुद्दे की गूंज है। सरदार जगजीत सिंह डल्लेवाल जी अपने शरीर पे कष्ट झेल रहे हैं ताकि आने वाली पीढ़ी का भविष्य बच सके। 10 तारीख को पूरे भारत में ऐसा कोई गांव नहीं होना चाहिए जहां पे मोदी सरकार के पुतले ना जलें, ताकि सरकार को भी यह पता लग जाए कि पूरे देश के गांव-गांव में सरदार जगजीत सिंह डल्लेवाल जी की आवाज पहुंच चुकी है और अब इस आवाज को अनदेखा करना केंद्र सरकार के लिए बड़ा नुकसानदायक होगा। 13 तारीख को देश भर में जो नई खेती नीति के ड्राफ्ट जो लाए गए हैं, उस ड्राफ्ट को गांव के सतर पे उस ड्राफ्ट की कॉपी को जलाने का कार्यक्रम है दोनों फोरमों के द्वारा। और 26 तारीख को, 26 जनवरी को देश भर में किसानों के ट्रैक्टर सड़कों पर होंगे। जो उस कार्यक्रम का प्रारूप होगा, हमारे दोनों फोरमों की लीडरशिप उस प्रारूप को बड़े विस्तार के साथ आने वाले समय में देशवासियों के सामने रखेगी, ताकि ज्यादा से ज्यादा प्रभावी ढंग से उस कार्यक्रम को लागू किया जा सके। लेकिन यह मैं क्लियर कर दूं, आज दोनों फोरमों ने मीटिंग करके दोनों मोर्चों की यह सहमति बनी है कि 26 जनवरी को देश भर में किसानों के ट्रैक्टर हैं, वो अपने घरों से निकलकर सड़कों पे होंगे। उस कार्यक्रम का क्या प्रारूप होगा, वो आने वाले 3-4 दिनों में दोनों फोरमों के नेता आप सबके सामने रखेंगे। ट्रैक्टर मार्च है नहीं, अब मैं ये स्पष्ट कर दूं, अभी कोई उसका प्रारूप अभी हम डिस्कस कर रहे हैं। कोई मार्च का प्रारूप नहीं होगा इस तरीके से। वो किस तरीके से प्रारूप होगा उसको आने वाले 3-4 दिनों में हम क्लियर कर देंगे। लेकिन किसानों के ट्रैक्टर सड़कों पे होंगे, ये जरूर हमने क्लियर कर लिया है। मेरा निवेदन है आगे आदरणीय जसबीर सिंह सिद्धूपुर जी,
बीकेयू एकता सिद्धूपुर के सीनियर वाइस प्रेसिडेंट, वो भी अपनी बात रखें। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀਆਂ ਮੰਗਾਂ ਵਾਸਤੇ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਵਰਤ ਸ਼ੁਰੂ ਕਰਿਆ, ਇਹ ਕੋਈ ਮੰਗਾਂ ਹੁਣੇ ਕੋਈ ਨਵੀਆਂ ਨਹੀਂ ਹੈਗੀਆਂ। ਇਹ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ, ਜਿਹੜੀਆਂ ਲਾਗੂ ਕਰਨ ਦੀ ਗੱਲ ਹੋਈ ਸੀ, ਲਾਗੂ ਨਹੀਂ ਕਰੀਆਂ ਗਈਆਂ। ਉਹ ਲਾਗੂ ਕਰਾਉਣ ਲਈ ਹੀ ਆਪਾਂ ਸਾਰੇ ਕਿਸਾਨ ਦਿੱਲੀ ਆਪਣੀ ਹੀ ਰਾਜਧਾਨੀ ਦੇ ਵਿੱਚ ਜਾ ਰਹੇ ਸੀ ਕਿ ਮੰਗਾਂ ਲਾਗੂ ਹੋ ਜਾਣ। ਜਦੋਂ ਅਸੀਂ ਹਰਿਆਣੇ ਦੀ ਹੱਦ ਤੇ ਹੀ ਹਲੇ ਗਏ ਸੀ, ਉਦੋਂ ਸਾਡੇ ਤੇ ਕਿਸ ਤਰ੍ਹਾਂ ਗੋਲੀਆਂ ਤੇ ਅਥਰੂ ਗੈਸ ਦੇ ਗੋਲੇ ਬਰਸਾਏ ਗਏ, ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸਾਰਾ ਕੁਝ ਦੇਖਦੇ ਹੋਏ ਇੰਨੇ ਮਹੀਨੇ ਬੈਠਣ ਦੇ ਬਾਵਜੂਦ ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਇਹ ਸੋਚਿਆ ਕਿ ਸਾਡਾ ਹੁਣ ਹੋਰ ਕੋਈ ਚਾਰਾ ਨਹੀਂ, ਇਹਨੂੰ ਇੱਕ ਸ਼ਾਂਤੀਪੂਰਵਕ ਢੰਗ ਨਾਲ ਇਸ ਤਰ੍ਹਾਂ ਇਹ ਘੋਲ ਲੜਿਆ ਜਾਊਗਾ ਮਰਨ ਵਰਤ ਦੇ। ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ, ਮੇਰੇ ਤਾਜ ਸਰਦਾਰ ਪਸ਼ੌਰਾ ਸਿੰਘ ਜਿਹੜੇ ਪਹਿਲੇ ਪ੍ਰਧਾਨ ਸੀ, ਉਹਨਾਂ ਦੀ ਜਦੋਂ 26 ਮਾਰਚ 2017 ਨੂੰ ਉਹਨਾਂ ਨੂੰ ਸ਼ਮਸ਼ਾਨ ਘਾਟ ਵੱਲ ਲਈ ਜਾਂਦੇ ਸੀ, ਅਸੀਂ ਸਾਰੀ ਡੱਲੇਵਾਲ ਸਾਹਿਬ ਅਸੀਂ ਵਿੱਚੇ ਸਾਰੇ ਨਾਅਰੇ ਲਾਉਂਦੇ ਸੀ, ਪਸ਼ੌਰਾ ਸਿਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਪਸ਼ੌਰਾ ਸਿਆਂ ਤੇਰੇ ਕੰਮ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ। ਸਾਡੇ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਉਹੀ ਪਨ ਨਿਭਾ ਰਹੇ ਨੇ, ਉਹਨੂੰ ਪੂਰਾ ਕਰਦੇ ਆ। ਇਸ ਤਰ੍ਹਾਂ ਇਹ ਕਿਸੇ ਲੀਡਰ ਦੇ ਹਿੱਸੇ ਆਉਂਦਾ ਜਿਹੜੇ ਇਸ ਤਰ੍ਹਾਂ ਦ੍ਰਿੜ ਹੋਣ, ਇਸ ਤਰ੍ਹਾਂ ਆਪਣਾ ਜਜ਼ਬੇ ਤੇ ਹੋਣ ਤੇ ਇਸ ਤਰ੍ਹਾਂ ਕਰਕੇ ਵਿਖਾਉਣ। ਮੈਂ ਆਮ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਜਦੋਂ 30 ਤਰੀਕ ਨੂੰ ਸਾਡੇ ਪ੍ਰਧਾਨ ਜੀ ਇੱਥੋਂ ਕਾਲ ਗਈ ਆ ਕਿ ਆਪਾਂ 30 ਦਸੰਬਰ ਨੂੰ ਪੰਜਾਬ ਬੰਦ ਕਰਨਾ, ਤਾਂ ਛੋਟੇ ਦੁਕਾਨਦਾਰ ਕਾਰੋਬਾਰੀ ਜਿੰਨੇ ਵੀ ਸਮੁੱਚਾ ਪੰਜਾਬ ਉਸ ਦਿਨ ਬੰਦ ਹੋਇਆ, ਹਰ ਦੁਕਾਨ ਬੰਦ ਹੋਈ ਆ, ਪੰਜਾਬ ਪੂਰਨ ਤੌਰ ਤੇ ਬੰਦ ਹੋਇਆ। ਫਿਰ 4 ਤਰੀਕ ਦੀ ਕਾਲ ਆਈ ਕਿ ਇੱਥੇ ਮਹਾਂ ਪੰਚਾਇਤ ਦਾ ਇਕੱਠ ਕਰਨਾ। 4 ਜਨਵਰੀ ਨੂੰ ਉਹ ਇਕੱਠ ਭਰਪੂਰ ਹੋਇਆ, ਆਪਾਂ ਸਾਰਿਆਂ ਨੇ ਦੇਖਿਆ। ਪਰ ਮੈਂ ਹੁਣ ਵੀ ਇੱਕ ਬੇਨਤੀ ਕਰਦਾ ਸਾਰੀ ਆਵਾਮ ਅੱਗੇ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਖੁੰਡ ਚਰਚਾ ਕਰਦੇ ਰਹਿੰਦੇ ਆ, ਪਿੰਡਾਂ ਦੇ ਵਿੱਚ ਬੈਠੇ ਰਹਿੰਦੇ ਨੇ ਮੇਰੇ ਵੀਰ, ਉਹਨਾਂ ਨੂੰ ਇੱਥੇ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ, ਸਮਰਥਨ ਦੇਣਾ ਚਾਹੀਦਾ। ਤਾਂ ਹੀ ਇਹ ਸਾਡੇ ਹਰ ਵਰਗ ਦੀਆਂ ਇਹ ਮੰਗਾਂ ਨੇ ਜਿਹੜੀਆਂ ਡੱਲੇਵਾਲ ਸਾਹਿਬ ਲਈ ਬੈਠੇ ਨੇ, ਕੱਲੇ ਪੰਜਾਬ ਦੀਆਂ ਨੇ, ਸਮੁੱਚੇ ਭਾਰਤ ਦੀਆਂ। ਇਹੀ ਕਹੂੰਗਾ ਮੈਂ ਤਾਂ, ਕੁੱਲ ਆਵਾਮ ਦੀਆਂ ਹੀ ਮੰਗਾਂ ਨੇ ਇਹ। ਇਹਨਾਂ ਨੂੰ ਅਸੀਂ ਨੇਪਰੇ ਚੜਾਉਣਾ ਤੇ ਬਾਅਦ ਦੇ ਵਿੱਚ ਜੇ ਭਾਣਾ ਵਾਪਰ ਗਿਆ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਸਮੁੱਚੀ ਜਨਤਾ ਦੇ ਆਵਾਮ ਦੇ ਮੂਹਰੇ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਸਾਨੂੰ ਇਸ ਮੋਰਚੇ ਦੇ ਵਿੱਚ ਪਹੁੰਚਣਾ ਚਾਹੀਦਾ। ਇੰਨਾ ਕਹਿੰਦਾ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। मेरा निवेदन है, बहुत ही सीनियर लीडर और सरदार जगजीत सिंह डल्लेवाल जी के संघर्षों के साथी, उनके बहुत ही निकटतम मित्र सतनाम सिंह बहरू जी से वो भी अपनी बात रखें। बहुत ही सत्कारयोग मीडिया भराओ, पिछले साल 13 फरवरी तो लैके अज तक लीडरां ने शंभू बार्डर, खनौरी बार्डर तुसीं साथ दिता, प्रैस कानफ्रेंसां होईयां। अज दी जिहड़ी प्रैस कानफ्रेंस है ये विस्फोटक रूप धार गई। विस्फोटक मैं तां बोलिया जो साडे डॉक्टरां दी टीम ने जां असां डल्लेवाल साहब नूं नेड़ियों हो के वेखिया, वाकई विस्फोटक है। किसी टाइम भी कुछ हो सकता है, पर एक गल मैं स्पष्ट जिम्मेवारी नाल करना चाहना वा, डल्लेवाल साहब की सोच नूं हुक्मरान दबा नहीं सकते। सरीरक तौर ते नुकसान पहुंचा सकते ने, पर डल्लेवाल साहब की जिहड़ी सोच, विचारधारा, दूरदेशी, ईमानदारी, दृढ़ता, इनू मोदी वास्ते बहुत औखा हो गया दबाण वास्ते। जदों सोच एक ताकतवर बन जाए, वो बड़ी निग्गर बन जाए, सिद्धांतक बन जाए, ते फिर हुक्मराना दी वाकई कुहार साहब ने कहा फिर सिरदर्दी बनेगी। सो जिहड़ा विश्वास भनेर साहब ते डल्लेवाल साहब ने बनाया, देश दे किसानां विच बनाया, वो विश्वास ही एक ताकत बन के उभरिया। सो मैं छोटियां गल्लां नहीं करनियां चाहता, वड्डी गल इह आ अज असीं बड़े नाजुक माहौल दे विच तुहाडे नाल विचार दुखी आत्मा नाल कर रहे हैं। इनू इन्ना वधिया ढंग नाल जनता दे विच जाना चाहे तां कि हुक्मरानां नूं पता लग जाए। और मैं विशेष तौर ते न्यायपालिका नूं संबोधन होके करना चाहना। न्यायपालिका जिस तरह दा रोल देश दे लोकां नाल कर रही है, इन्हां नूं बदलना चाहिदा है। इक्को एक देश दे लोकां दा विश्वास न्यायपालिका च बणिया सी, चाहे हाई कोर्ट होवे, सुप्रीम कोर्ट होवे।
ਉਹ ਵਿਸ਼ਵਾਸ ਕਮਜ਼ੋਰ ਸਾਨੂੰ ਨਜ਼ਰ ਆ ਰਿਹਾ ਦੇਸ਼ ਵਾਸੀਆਂ ਨੂੰ, ਕਿਸਾਨਾਂ ਦੇ ਨਾਲ ਨਾਲ ਸਾਰੀਆਂ ਜਮਾਤਾਂ ਨੂੰ ਨਜ਼ਰ ਆ ਰਿਹਾ ਹੈ। ਸੋ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਰੁਤਬਾ ਹੈ, ਜਿਸ ਤਰ੍ਹਾਂ ਦਾ ਉਹਨਾਂ ਦਾ ਦੇਸ਼ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਭੀੜ ਬਣੇ ਤੇ ਬਾਂਹ ਫੜਨ ਦੀ ਗੱਲ ਹੋਵੇ ਤੇ ਉਹ ਸਾਨੂੰ ਨਜ਼ਰ ਨਹੀਂ ਆਉਂਦੀ। ਸੋ ਹੁਕਮਰਾਨਾਂ ਨੂੰ ਅੱਜ ਜਿਹੜਾ ਪਰਸੋਂ ਵਾਲਾ ਦਿਨ ਔਰ ਬੰਦ ਵਾਲਾ ਦਿਨ, ਔਰ ਫਿਰ ਮੈਂ ਉਹਦੇ ਆਲੇ ਦੁਆਲੇ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹਣਾ ਵਾ। ਜਿਹੜਾ ਇਰਾਦਾ ਸਾਡੇ ਭਰਾ ਦਾ, ਉਹ ਇਰਾਦਾ ਬੜਾ ਪੱਕਾ ਹੈ, ਬੜਾ ਦ੍ਰਿੜਤਾ ਵਾਲਾ ਹੈ, ਇਮਾਨਦਾਰੀ ਵਾਲਾ, ਦੂਰਦੇਸ਼ੀ ਵਾਲਾ ਹੈ। ਔਰ ਸਿਧਾਂਤਕ ਲੜਾਈ ਮੈਂ ਕਹਿਣਾ ਵੀ ਜਿਹੜੀਆਂ ਜਿੱਤੀਆਂ ਹੋਈਆਂ ਮੰਗਾਂ, ਜਿਹੜੀਆਂ ਪਾਰਲੀਮੈਂਟ ਦੀਆਂ ਕਮੇਟੀਆਂ ਕਹਿ ਰਹੀਆਂ ਐਮਐਸਸੀ ਦੀ ਗਰੰਟੀ ਚਾਹੀਦੀ ਹੈ, ਤੇ ਜਿਹੜੀ ਦਬਵੀਂ ਜ਼ਬਾਨ ਵਿੱਚ ਜਿਹੜਾ ਹਾਈ ਪਾਵਰ ਕਮੇਟੀ ਇਹ ਵੀ ਚਾਹੁੰਦੇ ਨੇ। ਫਿਰ ਰੌਲਾ ਕਿੱਥੇ ਆ ਜਦੋਂ ਹਾਈ ਕੋਰਟ ਦੀ ਪਾਵਰ ਕਮੇਟੀ ਦਾ ਮੁਖੀ ਇਹ ਗੱਲ ਕਹਿ ਰਿਹਾ ਹੈ, ਔਰ ਜੱਜ ਵੀ ਕੋਈ ਛੋਟਾ ਨਹੀਂ ਹੈਗਾ। ਉਹ ਮੈਨੂੰ ਇਹ ਪਤਾ ਲੱਗਾ ਹੈ ਫੂਲ ਸਾਹਿਬ 1 ਰੁਪਈਆ ਲੈ ਕੇ ਉਹ ਆਪਦੀ ਨੌਕਰੀ ਉਹਨੇ ਕੀਤੀ ਹਾਈ ਕੋਰਟ ਦੇ ਵਿੱਚ। ਜਿਹੜਾ ਐਡਾ ਬੰਦਾ ਅਖਲਾਕ ਵਾਲਾ ਤਗੜਾ ਹੈ ਤੇ ਉਹ ਵੀ ਕਹਿ ਰਿਹਾ ਸੀ ਅਸੀਂ ਸਰਕਾਰ ਨੂੰ ਕੁਝ ਨਹੀਂ ਕਹਿ ਸਕਦੇ। ਜਦੋਂ ਸਰਕਾਰ ਨੂੰ ਕੁਝ ਕਹਿ ਹੀ ਨਹੀਂ ਸਕਦੇ, ਕੋਈ ਉਹਨਾਂ ਦੀ ਰਿਪੋਰਟ ਦੇ ਵਿੱਚ ਅਮਲ ਹੀ ਨਹੀਂ ਆਉਣਾ ਵਾਲਾ, ਤੇ ਫਿਰ ਐਵੇਂ ਟਾਈਮ ਖਰਾਬ ਕਰਨ ਦੀ ਕੀ ਲੋੜ ਹੈ। ਸੋ ਦੇਸ਼ ਦੇ ਹੁਕਮਰਾਨਾਂ ਨੂੰ, ਪ੍ਰਧਾਨ ਮੰਤਰੀ ਨੂੰ ਮੈਂ ਬੇਨਤੀ ਕਰਨਾ, ਜਿੱਡੀ ਛੇਤੀ ਹੋਵੇ ਇਹਨੂੰ ਸੰਭਾਲ ਲੈ, ਨਹੀਂ ਤੇ ਇਹ ਵਿਚਾਰਧਾਰਾ ਤੈਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਏ ਵੀ ਜਿੰਦਾ ਅੰਦਾਜ਼ਾ ਵੀ ਮੈਂ ਤਾਂ ਨਹੀਂ ਲਾ ਸਕਦਾ, ਲੋਕ ਲਾ ਲੈਣਗੇ। ਸੋ ਮੈਂ ਫੂਲ ਸਾਹਿਬ ਨੂੰ ਬੇਨਤੀ ਕਰਾਂਗਾ ਜਿਹੜੇ ਤਾਜ਼ਾ ਫੈਸਲੇ ਹੋਏ ਨੇ ਉਹ ਤੁਸੀਂ ਇੱਧਰ ਆ ਕੇ ਹਾਈਲਾਈਟ ਕਰੋ, ਕਿਉਂਕਿ ਤੁਸੀਂ ਸਾਰੇ ਫੈਸਲੇ ਤੈਅ ਕਰਦੇ ਹੋ। ਮੈਂ ਤਾਂ ਤੁਹਾਡਾ ਵਫਾਦਾਰ ਹਾਂ। ਪੱਤਰਕਾਰ ਸਾਥੀਓ, ਸਾਥੀ ਭਮਨੂ ਜੀ ਨੇ ਸਾਨੂੰ 2 ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਹੈ। ਦੋਨੇ ਫੋਰਮਾਂ ਵੱਲੋਂ ਜੋ ਤੈਅ ਕੀਤੀ, ਇੱਕ 13 ਜਨਵਰੀ ਦਾ ਔਰ ਦੂਸਰਾ 26 ਜਨਵਰੀ ਵਾਲਾ। ਇਹ ਦੋਨੇ ਤਰੀਕਾਂ ਅਸੀਂ ਦੋਨੇ ਦਿਨ ਕਿਉਂ ਚੁਣਿਆ, ਇਹਦੇ ਪਿੱਛੇ ਦੋਨੇ ਫੋਰਮਾਂ ਦੀ ਧਾਰਨਾ ਕੀ ਹੈ। 13 ਜਨਵਰੀ ਨੂੰ ਸਾਰੇ ਦੇਸ਼ ਦੇ ਵਿੱਚ, ਇਕੱਲੇ ਇੱਕ ਸੂਬੇ 'ਚ ਨਹੀਂ, ਸਾਰੇ ਭਾਰਤ ਦੇਸ਼ ਦੇ ਵਿੱਚ ਰਵਾਇਤੀ ਤੌਰ ਤੇ ਲੋਹੜੀ ਦਾ ਦਿਨ ਮਨਾ ਕੇ ਉਸ ਦਿਨ ਤੁਹਾਨੂੰ ਯਾਦ ਹੋਣਾ ਵੀ ਇੱਕ ਉਹ ਜਿਹੜੀਆਂ ਸਾਡੀਆਂ ਬੀਬੀਆਂ ਹੁੰਦੀਆਂ ਨੇ ਉਹ ਐ ਤਿਲ ਸਿੱਟ ਕੇ ਉਹਦੇ ਤੇ ਭੁੱਗੇ ਤੇ ਅੱਗ ਤੇ ਇੱਕ ਕਹਿੰਦੀਆਂ ਹੁੰਦੀਆਂ ਈਸਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲ੍ਹੇ ਪਾਏ। ਸੋ ਅਸੀਂ ਉਹ ਦਿਨ ਉਸ ਟਾਈਮ ਤਾਂ ਹੀ ਚੁਣਿਆ ਵੀ ਜਿਹੜਾ ਉਹ ਖੇਤੀ ਮੰਡੀ ਨੀਤੀ ਵਾਲਾ ਖਰੜਾ ਹੈ ਜਿਹੜਾ ਸੈਂਟਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਲਾਗੂ ਕਰਨ ਲਈ ਭੇਜਿਆ, ਜਿਹੜਾ ਕਿ ਉਹ 3 ਜਿਹੜੇ ਖੇਤੀ ਕਾਨੂੰਨ ਹੈ ਅਸੀਂ ਰੱਦ ਕਰਵਾਏ ਹੈ ਪਹਿਲੇ ਦਿੱਲੀ ਅੰਦੋਲਨ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇੱਕ ਸਰਕਾਰੀ ਮੰਡੀਆਂ ਖਤਮ ਕਰਨ ਵਾਲਾ ਕਾਨੂੰਨ ਸੀ। ਉਸ ਸਰਕਾਰੀ ਮੰਡੀਆਂ ਖਤਮ ਕਰਨ ਵਾਲੇ ਕਾਨੂੰਨ ਨੂੰ ਇਸ ਖਰੜੇ ਰਾਹੀਂ ਚੋਰ ਦਰਵਾਜ਼ੇ ਰਾਹੀਂ ਲਿਆਉਣ ਦੀ ਨੀਤੀ ਹੈ। ਸੋ ਸਾਡੇ ਲਈ ਇਹ ਜਿਹੜਾ ਖਰੜਾ ਹੈ ਇਹ ਸਾਡੇ ਲਈ ਗੁਲਾਮੀ ਦਾ ਚਿੰਨ੍ਹ ਹੈ, ਸਾਡੇ ਲਈ ਦਲਿੱਦਰ ਇਹ ਹੈ। ਸੋ ਇਸ ਕਰਕੇ ਅਸੀਂ ਕੋਈ ਵਿਸ਼ੇਸ਼ ਪ੍ਰਬੰਧ ਵੀ ਨਹੀਂ ਕਰਨੇ ਪੈਣੇ। ਭੁੱਗੇ ਹੋਣਗੇ, ਪਾਥੀਆਂ ਵਾਲੀਆਂ ਲੋਹੜੀਆਂ ਹੋਣਗੀਆਂ, ਲੱਕੜਾਂ ਵਾਲੀਆਂ ਹੋਣਗੀਆਂ, ਸਿਰਫ ਅਸੀਂ ਬਸ ਜਿੱਥੇ ਤਿਲ ਸੱਟਣਾ ਇੱਕ ਨਾਲ ਦੀ ਨਾਲ ਉਹਦੀ ਕਾਪੀ ਹੈ ਜਿਹੜੀ ਉਹ ਫੂਕ ਦੇਣੀ ਹੈ। ਸਾਡਾ ਜੇ ਮੇਰਾ ਖਿਆਲ ਹੈ ਸਾਰੇ ਦੇਸ਼ ਦੇ ਵਿੱਚ ਬਹੁਤ ਸੌਖਾ ਹੈਗਾ, ਉਹ ਹੋ ਕੇ ਉਹਦੀਆਂ ਵੀਡੀਓ ਬਣ ਕੇ ਉਹਦੀਆਂ ਫੋਟੋਆਂ ਬਣ ਕੇ ਜੇ ਵਾਇਰਲ ਹੋ ਜਾਂਦੀਆਂ ਨੇ ਤਾਂ ਸਮਝ ਲਓ ਉਹ ਇੱਕ ਸਿੰਬੋਲਿਕ ਚਿੰਨ੍ਹ ਵੀ ਬਹੁਤ ਵੱਡੀ ਮਹੱਤਤਾ ਵਾਲਾ ਹੋਊਗਾ। 26 ਜਨਵਰੀ ਵਾਲਾ ਅਸੀਂ ਤਾਂ ਚੁਣਿਆ, 26 ਜਨਵਰੀ ਨੂੰ ਕਹਿੰਦੇ ਆ ਵੀ ਉਦੋਂ ਭਾਰਤ ਨੇ ਜਿਹੜਾ ਆਪਦਾ ਸੰਵਿਧਾਨ ਬਣਾ ਕੇ, ਪਹਿਲਾਂ ਵਿਦੇਸ਼ੀ ਸੰਵਿਧਾਨ ਲਾਗੂ ਹੁੰਦਾ ਸੀਗਾ, ਉਦੋਂ ਭਾਰਤ ਨੇ ਆਪਣਾ ਸੰਵਿਧਾਨ ਬਣਾਇਆ ਤੇ ਲੋਕਾਂ ਨੂੰ ਸੰਵਿਧਾਨਕ ਆਜ਼ਾਦੀ ਮਿਲ ਗਈ, ਵਿਦੇਸ਼ੀ ਆਜ਼ਾਦੀ ਤੋਂ, ਗੁਲਾਮੀ ਤੋਂ ਉਹ ਖਤਮ ਹੋ ਗਈ। ਪਰ ਜਦੋਂ ਹੁਣ ਅਸੀਂ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਹੈ, ਜਿਹੜੀ ਸਾਨੂੰ ਸੰਵਿਧਾਨਕ ਆਜ਼ਾਦੀ ਕਹਿੰਦੇ ਆ ਵੀ ਮਿਲੀ ਹੈ, ਹੁਣ ਤਾਂ ਉਹ ਕਾਰਪੋਰੇਟਾਂ ਦੇ ਅਧੀਨ ਹੋ ਗਿਆ। ਕਾਰਪੋਰੇਟ ਜਿਹੜਾ ਜਗਤ ਹੈ ਉਹਦੇ ਤੇ ਸੰਵਿਧਾਨ ਉਹਦੇ ਅਨੁਸਾਰ ਚੱਲਦਾ, ਸੰਵਿਧਾਨ ਗੁਲਾਮ ਹੋ ਗਿਆ ਉਹਦੇ। ਸੋ ਇਸ ਕਰਕੇ 26 ਜਨਵਰੀ ਦਾ ਜਿਹੜਾ ਅਸੀਂ ਦਿਨ ਚੁਣਿਆ, ਉਹਦੇ ਵੀ ਟਰੈਕਟਰ ਸੜਕਾਂ ਤੇ ਹੋਣਗੇ, ਉਹ ਕੀ ਕਰਨਗੇ ਉਹਦਾ ਗਾਹਾਂ ਦੱਸਿਆ ਜਾਊਗਾ ਆਉਣ ਵਾਲੇ ਦਿਨਾਂ 'ਚ। ਉਹ ਸਾਡਾ ਉਹ ਜਿਹੜੀ ਸੰਵਿਧਾਨ ਕਬਜ਼ੇ 'ਚ ਉਹਨਾਂ ਦੇ ਜਕੜ 'ਚ ਆ ਗਿਆ, ਉਹ ਜਕੜ 'ਚੋਂ ਕੱਢਣ ਦੀ ਖਾਤਰ ਸਾਡਾ ਉਹ ਐਕਸ਼ਨ ਹੋਣਗੇ ਦੋਨੇ। ਇਹਦੇ ਪਿੱਛੇ ਸਾਡੀਆਂ ਇਹ ਧਾਰਨਾ ਹੈਗੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। किसी पत्रकार साथिया कोई सवाल हो? ਜਿਵੇਂ ਤੁਸੀਂ ਹੁਣ 2 ਪ੍ਰੋਗਰਾਮ ਲਿਖੇ ਹੈ 13 ਪ੍ਰਾਰੰਭ ਤੁਸੀਂ ਦੱਸ ਰਹੇ ਵੀ 3-4 ਦਿਨ ਬਾਅਦ ਕਰਾਂਗੇ, ਅਸਲ ਦੇ ਵਿੱਚ ਪਲਾਨ ਕਿਸ ਤਰੀਕੇ ਦਾ ਹੈ? ਕਿਉਂਕਿ ਹੁਣ ਆਪਾਂ ਜੇ ਗੱਲ ਕਰਦੇ ਹਾਂ ਚੈਨਲ ਨੂੰ ਚਾਹੀਦਾ ਵੀ ਕੰਟੈਂਟ ਹੈ ਕਿ ਬੇਸਿਕਲੀ ਕਿਵੇਂ ਦਾ ਹੋਊਗਾ? ਰੋਸ ਮਾਰਚ ਟਾਈਪ ਹੋਊਗਾ, ਟਰੈਕਟਰ ਮਾਰਚ टाइप होगा, या खड़े करके छड़ देने हैं? कुछ हिंट? देखो, मैं आपसे ये निवेदन करूंगा, जैसे आदरणीय सुरजीत सिंह फूल जी ने बताया, आज 3-4 घंटे दोनों फोरमों की सैद्धांतिक तौर पे चर्चा हुई
और वो ये चर्चा हुई कि भाई 26 जनवरी को हमारा संविधान लागू हुआ था, लेकिन जो संविधान की मूल भावना थी कि यहाँ के लोगों के लिए काम करेंगी सरकारें लोगों के लिए हैं, लोगों के द्वारा हैं, लोगों के मुद्दों का हल करेंगी, आज वो मुद्दों का हल करने का प्रयास नहीं किया जा रहा। इसलिए विस्तृत तौर पे चर्चा हुई कि किसानी का जो प्रतीक है, जो ट्रैक्टर है, वो उस दिन सड़कों पे होगा। प्रारूप क्या होगा वो आने वाले 2-3 दिनों में हम और डिस्कशन करके कैसे उसको प्रभावी बनाया जाए। अभी बिल्कुल ईमानदारी से हम ये बात कह रहे हैं, उसके प्रारूप पे अभी 3-4 सुझाव आए हैं, लेकिन अभी 2-3 दिन और चर्चा करके उसको फाइनल प्रारूप 2-3 दिनों में आपके सामने रखेंगे। दूसरा ਤੁਸੀਂ ਅੱਜ 3-4 ਘੰਟੇ ਜਿਵੇਂ ਦੱਸ ਰਹੇ ਹੋ ਵੀ ਮੀਟਿੰਗ ਕੀਤੀ ਜਾਂ ਦੋਹਾਂ ਫੋਰਮਾਂ ਦੀ ਰਾਜਵੀਰ ਸਿੰਘ ਡੱਲੇਵਾਲ ਦੀ ਸਿਹਤ ਕਿਸ ਤਰੀਕੇ ਦੀ ਨਾਸਾਜ਼ ਬਣ ਚੁੱਕੀ ਸੀ, ਕੁਝ ਇਸ ਤਰੀਕੇ ਦਾ ਫੈਸਲਾ ਨਹੀਂ ਹੋਇਆ ਵੀ ਆਪਾਂ ਉਹਨਾਂ ਨੂੰ ਮਨਾ ਕੇ ਅੰਦੋਲਨ ਚੱਲਦਾ ਰਹੂਗਾ, ਮਰਨ ਵਰਤ ਲਾ ਕੇ ਇਲਾਜ ਕਰਵਾਈਏ, क्योंकि जरूरी तो सेहत है ना, अंदोलन तो जरूरी है ही। देखिए, कल जो माननीय सुप्रीम कोर्ट की कमेटी भी आई थी उसके सामने भी डल्लेवाल साहब ने क्लियर किया, और आप जो हमारे लोकतंत्र के चौथे स्तंभ को रिप्रेजेंट करते हैं, मीडिया वाले साथी, आपके सामने भी डल्लेवाल साहब कई बार क्लियर कर चुके हैं। वो मानसिक तौर पे फैसला करके बैठे हैं। ये कोई माइलेज लेने वाला या कोई स्टंट करने वाला कोई मरण व्रत नहीं है। ये वे बहुत सोच समझ के, बहुत लंबे समय से वो इन चीजों पे विचार कर रहे थे, सोच कर रहे थे। आंदोलन शुरू होने से पहले भी वो कई बार ये बात करते थे कि भाई हम जिस समाज का, जिस किसान समाज का नुमाइंदे होने का हम दावा करते हैं, उस समाज के 7 लाख लोग आत्महत्या कर चुके हैं और उसको रोकने के लिए हम कुछ कर नहीं पा रहे। तो इससे बढ़िया है कि हम अपनी जान की बाजी लगा दें ताकि कम से कम उन किसानों की आत्महत्या रुक सके जिन किसानों की नुमाइंदगी करने की बात हम करते हैं। तो वो बड़ी गहराई से फैसला लेके बैठे हैं। और जहां तक आपने ये कहा कि दोनों फोरम उनको मनाएं, देखिए, सरदार जगजीत सिंह डल्लेवाल जी की भावना का सम्मान करते हुए ही दोनों फोरम चल रहे हैं और डल्लेवाल साहब की भावना के अनुसार ही फैसले लिए जा रहे हैं। डॉक्टर साहब बैठे हैं। डॉक्टर साहब ने भी कई दिन पहले उनसे एक बात पूछी थी कि जी आपका मल्टी ऑर्गन फेलियर होने का खतरा बहुत ज्यादा है जब बीपी इस तरीके से लो जाता है। तो डॉक्टर साहब ने पूछा कि क्या हम कोई इमरजेंसी के लिए वेंटिलेटर का अरेंजमेंट कर ले, तो डॉक्टर साहब को भी डल्लेवाल साहब ने तुरंत मना कर दिया था। डल्लेवाल साहब ने कहा कि ऐसा कोई अरेंजमेंट करने की जरूरत नहीं है, ऐसी कोई फैसिलिटी का इस्तेमाल मैं नहीं करूंगा। ये चीज उन्होंने स्पष्ट कर दी थी। मेरे ख्याल से पूरे देश के सामने ये बात अब स्पष्ट हो चुकी है। राजनेताओं को भी ये समझ लेना चाहिए कि ये जगजीत सिंह डल्लेवाल जी करो या मरो की भावना से ये लड़ाई लड़ रहे हैं। इसमें कोई पीछे मुड़ने का या कोई फैसला पलटने का इस तरीके का कोई सवाल ही पैदा नहीं होता। वो पूरी मजबूत धारणा के साथ ये लड़ाई लड़ रहे हैं और उन्होंने बिल्कुल स्पष्ट हमें ये कर दिया था कि भाई चाहे कुर्बानी होगी या एमएसपी गारंटी कानून बनेगा। देखिए, कल शाम को जैसा डॉक्टर अवतार सिंह जी ने बताया, 8-8:15 बजे के आसपास उनको अचानक से ज्यादा पसीने आने लगे और उनका ब्लड प्रेशर है वो बहुत डाउन चला गया, 75/45 के आसपास। जो हमारे डॉक्टर साहब हैं, इनकी पूरी टीम ने उनकी मालिश करी हाथों पैरों की और उनके पैर थोड़ा सा एक सपोर्ट के माध्यम से वो थोड़ा ऊपर उठा दिए, तो उससे ब्लड सर्कुलेशन दिमाग की तरफ होने लग गया। 1-1.5 घंटे के बाद जैसे ही वो पैरों के नीचे से सपोर्ट हटाया, उनका ब्लड प्रेशर फिर दोबारा नीचे आ गया और उनकी पल्स रेट वो 37-38 तक भी पहुंच गई थी, जो बहुत ही ज्यादा अलार्मिंग स्थिति है। रात को लगभग 2 से 2:30 बजे के बीच तक डॉक्टरों की टीम ने लगातार मेहनत करी है बिना किसी मेडिकल ट्रीटमेंट के, और उसकी वजह से इनका थोड़ा सा हम कह सकते हैं कंपैरेटिवली स्टेबल हो गया। 95 के आसपास आके बीपी स्टेबल हो गया। देन उसके बाद डल्लेवाल जी 2-2:30 बजे वो रात को सोए हैं। तो जो हमारी डॉक्टरों की टीम है, हमारी डॉक्टरों की टीम पूरे प्रिकॉशंस, जो जरूरी प्रिकॉशंस होते हैं, वो ले रही है। और उसके बारे में अगर विस्तार से आपको कोई बात पूछनी है तो डॉक्टर अवतार जी हैं, वो उस बात को भी विस्तार से बता देंगे।
ਕਦੋਂ ਤੱਕ ਜਿਹੜਾ ਜਿਵੇਂ ਮੁਲਾਕਾਤਾਂ ਨੇ ਰਾਜਨੇਤਾ ਆਉਂਦੇ ਆ ਜਾਂ ਅਫਸਰ ਆਉਂਦੇ ਆ ਤਾਂ ਹੁਣ ਬੰਦ ਕੀਤੀਆਂ ਜਾਣਗੀਆਂ ਸਿਹਤ ਨੂੰ ਦੇਖਦੇ ਹੋ? ਭਾਈ ਜੀ ਮੈਂ ਤਾਂ ਪਹਿਲਾਂ ਦੱਸਿਆ ਆਪਣੀ ਟੀਮ ਵੱਲੋਂ ਜਿਵੇਂ ਦੱਸਿਆ ਜਾਂਦਾ ਨਾ ਵੀ ਉਹਨਾਂ ਦੀ ਸਿਹਤ ਜਿੱਦਾਂ ਮੈਂ ਦੱਸਿਆ ਵੀ ਪਹਿਲਾਂ ਥੋੜੀ ਜਿਹੀ ਐਕਟੀਵਿਟੀ ਕਰਦੇ ਸੀ ਤੇ ਉਹਨਾਂ ਦੀ ਜਿਵੇਂ ਉਹਨਾਂ ਨੂੰ ਚੱਕਰ ਆਉਂਦੇ ਸੀ ਜਾਂ ਉਹਨਾਂ ਦਾ ਹੋਣਾ ਤੇ ਹੁਣ ਜਿਵੇਂ ਰਾਤ ਜਿਹੜਾ ਉਹਨਾਂ ਦਾ ਆ ਲੰਮੇ ਪਏ ਉਹਨਾਂ ਨੂੰ ਅਚਾਨਕ ਜਿਹੜਾ ਵੀ ਚੱਕਰ ਆ ਗਏ ਜਿਵੇਂ ਬਲੱਡ ਪ੍ਰੈਸ਼ਰ ਬਿਲਕੁਲ ਲੋ ਹੋ ਗਿਆ ਉਹਨਾਂ ਦਾ ਤੇ ਸਰੀਰ ਠੰਡਾ ਬਰਫ ਵਰਗਾ ਹੋ ਗਿਆ ਕਿਉਂਕਿ ਜਿਹੜਾ ਆਪਣਾ ਖੂਨ ਦਾ ਫਲੋ ਆ ਨਾ ਜਦੋਂ ਆਪਾਂ ਮੰਨ ਲਓ ਉਹਨਾਂ ਨੂੰ ਉੱਪਰ ਲੱਤਾਂ ਕਰਦੇ ਤੇ ਫਿਰ ਉਹਨਾਂ ਦੇ ਹਾਰਟ ਨੂੰ ਜਾਂ ਬ੍ਰੇਨ ਨੂੰ ਜਾਂਦਾ ਵਾ ਤੇ ਫਿਰ ਉਹ ਰਿਸਪੌਂਡ ਚ ਆਉਂਦੇ ਨਹੀਂ ਤੇ ਉਹਨਾਂ ਦਾ ਰਿਸਪੌਂਡ ਖਤਮ ਹੁੰਦਾ ਜਾਂਦਾ ਘਟਦਾ ਜਾਂਦਾ ਹਨਾ ਜੇ ਹੁਣ ਆਪਾਂ ਉਹਨਾਂ ਨੂੰ ਜ਼ਿਆਦਾ ਬੋਲਾਂਗੇ ਜਾਂ ਉਹਨਾਂ ਦੇ ਲਾਗੇ ਜ਼ਿਆਦਾ ਕੂਵਾਂਗੇ ਤੇ ਉਹਨਾਂ ਲਈ ਖਤਰਾ ਹੀ ਆ ਕਿਉਂਕਿ ਰਾਤ ਸਾਰੀ ਮਤਲਬ ਸੌਂ ਕੇ ਲੰਗੀ ਜਿੱਦਾਂ ਆਪਣੇ ਅਭਿਮਨਿਊ ਜੀ ਕਹਿੰਦੇ ਵੀ 75 ਵੀ ਉਹਨਾਂ ਦਾ ਬਿਲਕੁਲ ਬਲੱਡ ਪ੍ਰੈਸ਼ਰ ਸਕਿਪ ਹੀ ਕਰ ਗਿਆ ਹੈ ਵੀ ਮਸ਼ੀਨ ਦੇ ਵਿੱਚ ਵੀ ਨਹੀਂ ਆਉਂਦਾ 75 ਤੋਂ ਕਿਤੇ ਜ਼ਿਆਦਾ ਥੱਲੇ ਚੱਲ ਗਿਆ ਇੱਕ ਟਾਈਮ ਜਦੋਂ ਉਹਨਾਂ ਦੀ ਮਤਲਬ ਜਦੋਂ ਬੇਹੋਸ਼ ਹੋ ਗਏ ਗੁੰਮ ਹੋ ਗਏ ਅੱਧਾ ਘੰਟਾ ਉਹਨਾਂ ਦਾ ਬਿਲਕੁਲ ਉਹ ਜਦੋਂ ਮੋਨੀਟਰ ਦੇ ਵਿੱਚ ਆਇਆ ਵਾ ਉਦੋਂ 65 ਤੋਂ ਮਤਲਬ ਸ਼ੁਰੂ ਹੋਇਆ ਵਾ ਵੀ ਜਦੋਂ ਆਇਆ ਪਹਿਲਾਂ ਬਿਲਕੁਲ ਸਕਿਪ ਕਰ ਗਿਆ ਸੀ ਵੀ ਇੰਨਾ ਜ਼ਿਆਦਾ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਸੀ ਤੇ ਸੋ ਉਹਨਾਂ ਦੀ ਸਿਹਤ ਤੇ ਬਹੁਤ ਜ਼ਿਆਦਾ ਡਾਊਨ ਹੈ ਮੈਂ ਤੇ ਇਹ ਫੇਰ ਕਹਿਣਾ ਵਾ ਆਪਣੇ ਜਿਵੇਂ ਪ੍ਰਧਾਨ ਮੰਤਰੀ ਜੀ ਨੂੰ ਕੇਂਦਰ ਸਰਕਾਰ ਨੂੰ ਹਨਾ ਵੀ ਉਹਨਾਂ ਕੋਲੇ ਬਿਲਕੁਲ ਹੀ ਸਮਾਂ ਖਤਮ ਹੋ ਗਿਆ ਵਾ ਮੈਂ ਕਹਿਦਾ ਵੀ ਹੁਣੇ ਹੋ ਸਕਦਾ ਹੁਣੇ ਇਧਰੋਂ ਆਵਾਜ਼ ਵੱਜੇ ਵੀ ਪ੍ਰਧਾਨ ਜੀ ਨੂੰ ਕੀ ਹੋ ਗਿਆ ਕਿਉਂਕਿ ਰਾਤ ਦੀ ਜਿਹੜੀ ਸਥਿਤੀ ਵੇਖ ਕੇ ਐ ਲੱਗਦਾ ਵਾ ਵੀ ਰਾਤੀ ਤੇ ਸਾਨੂੰ ਐ ਲੱਗਦਾ ਵੀ ਪ੍ਰਧਾਨ ਜੀ ਨਹੀਂ ਰਹੇ ਜਿੱਦਾਂ ਦਾ ਉਹਨਾਂ ਦੇ ਸਿਹਤ ਕਿ ਉਹ ਮੋਨੀਟਰ ਵੀ ਜਵਾਬ ਦੇ ਗਿਆ ਸੀ ਬੀਪੀ ਮਸ਼ੀਨ ਦੇ ਵਿੱਚ ਵੀ ਉਹਨਾਂ ਦਾ ਨਹੀਂ ਰਿਸਪੌਂਡ ਨਬਜਾਂ ਵੀ ਸਾਨੂੰ ਇੱਕ ਵਾਰੀ ਮਤਲਬ ਐ ਲੱਗਦਾ ਵੀ ਜਿਵੇਂ ਖਤਮ ਹੋ ਗਿਆ ਸਰੀਰ ਇੰਨੀ ਜ਼ਿਆਦਾ ਸਿਹਤ ਉਹਨਾਂ ਦੀ ਡਾਊਨ ਹੋ ਗਈ ਡਾਕਟਰਸ ਦੀ ਟੀਮ ਪਰਸੋਂ ਕਹਿ ਕੇ ਗਏ ਪ੍ਰਸ਼ਾਸਨਿਕ ਅਧਿਕਾਰੀ ਨਾਲ ਛੱਡ ਕੇ ਗਏ ਸੀਗੇ ਕਹਿੰਦੇ ਵੀ 24 ਘੰਟੇ ਤੁਹਾਡੇ ਕੋਲ ਰਹਿਣਗੇ ਲੇਟੈਸਟ ਉਹਨਾਂ ਕੋਲ ਗੈਜਟ ਸੀਗੇ ਉਹ ਕੱਲ ਤੋਂ ਜਦੋਂ ਇਹ ਸਾਰਾ ਕੁਝ ਕੱਲ ਹੋਇਆ ਉਦੋਂ ਰਾਤ ਉਹ ਕਿੱਥੇ ਸੀ ਦੂਸਰੀ ਚੀਜ਼ ਕੱਲ ਜਦੋਂ ਟੀਮ ਆਈ ਹੈ ਹਾਈ ਪਾਵਰ ਕਮੇਟੀ ਆਈ ਹੈ ਉਦੋਂ ਪ੍ਰੀਕਾਸ਼ਨ ਕਿੱਥੇ ਸੀ ਉਦੋਂ ਪ੍ਰੀਕਾਸ਼ਨ ਤਾਂ ਕਿਸੇ ਨੇ ਵੀ ਨਹੀਂ ਲਿਆ ਹੋਇਆ ਸੀ ਨਾ ਜਾਂ ਲੱਗਿਆ ਨਾ ਉਹ ਲੱਗਿਆ ਔਰ ਜਿਹੜੇ ਬਾਕੀ ਸੀਨੀਅਰ ਅਧਿਕਾਰੀ ਆਉਂਦੇ ਪੁਲਿਸ ਦੇ ਉਹਨਾਂ ਦੇ ਕੋਲ ਵੀ ਪ੍ਰੀਕਾਸ਼ਨ ਹੁੰਦਾ ਨਹੀਂ ਫਿਰ ਆਮ ਬੰਦੇ ਵਾਸਤੇ ਜਿਹੜੇ ਕਿਸਾਨ ਮਿਲ ਜਾਣਗੇ ਜਾਂ ਉਹਨਾਂ ਵਾਸਤੇ ਵੀ ਫਿਰ ਤੁਸੀਂ ਉਹਨੂੰ ਪੈਰਲਲ ਕਰੋਗੇ ਸਾਰੀ ਚੀਜ਼ਾਂ ਨੂੰ ਦੇਖੀਏ ਬਾਈ ਜੀ ਮੈਂ ਇੱਕ ਮਿੰਟ ਤੁਹਾਨੂੰ ਦੱਸਦਾ ਕਿਉਂਕਿ ਸਾਡੀ ਜਿਹੜੀ ਟੀਮ ਵੱਲੋਂ ਜਿੱਦਾਂ ਡਾਕਟਰ ਸਵੈਮਾਨ ਵੀ ਮੈਂ ਤੁਹਾਨੂੰ ਦੱਸਾਂ ਸਾਡੀ ਸਾਰੀ ਟੀਮ ਵੱਲੋਂ ਬਹੁਤ ਚਿੰਤਾ ਪ੍ਰਧਾਨ ਜੀ ਦੀ ਲੈ ਕੇ ਵੀ ਹਰ ਇੱਕ ਚੀਜ਼ ਦਾ ਦੱਸਿਆ ਜਾਂਦਾ ਵੀ ਪ੍ਰੀਕਾਸ਼ਨ ਆ ਚੀਜ਼ ਲਓ ਜਿਵੇਂ ਮਾਸਕ ਲਾ ਕੇ ਜਾਓ ਸੈਨੀਟਾਈਜ਼ਰ ਲੈ ਕੇ ਜਾਓ ਜਰਾਬਾਂ ਲਾ ਕੇ ਜਾਓ ਹਨਾ ਵੀ ਜਿੰਨਾ ਵੱਧ ਤੋਂ ਵੱਧ ਉਹਨਾਂ ਲਾਗੇ ਵੀ ਕੋਈ ਵੀ ਬੈਕਟੀਰੀਆ ਇਨਫੈਕਸ਼ਨ ਜਾਂ ਵਾਇਰਲ ਇਨਫੈਕਸ਼ਨ ਕੋਈ ਵੀ ਉਹਨਾਂ ਨੂੰ ਜੇ ਅੱਜ ਉਹਨਾਂ ਨੂੰ ਕੋਈ ਵੀ ਚੀਜ਼ ਮਤਲਬ ਇੱਕ ਮਾਮੂਲੀ ਜਿਹਾ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਕਿਉਂਕਿ ਇਸ ਵਕਤ ਤੋਂ ਉਹਨਾਂ ਨੂੰ ਕੋਈ ਵੀ ਅਜੇ ਤੱਕ ਵਾਇਰਲ ਇਨਫੈਕਸ਼ਨ ਹੈਗੀ ਤੇ ਫਿਰ ਵੀ ਉਹਨਾਂ ਦੀ ਜਿਹੜੀ ਸਿਹਤ ਹੈ ਇੰਨੀ ਜ਼ਿਆਦਾ ਡਾਊਨ ਹੋ ਗਈ ਆ ਵੀ ਉਹਨਾਂ ਨੂੰ ਚੱਕਰ ਆਣ ਕੇ ਉਹਨਾਂ ਦਾ ਬਲੱਡ ਪ੍ਰੈਸ਼ਰ ਇੱਕਦਮ ਲੋ ਹੋ ਜਾਂਦਾ ਜੇ ਕੋਈ ਉਹਨਾਂ ਨੂੰ ਵਾਇਰਲ ਇਨਫੈਕਸ਼ਨ ਹੋ ਗਈ ਤੇ ਉਹ ਇੱਕ ਮਿੰਟ ਵੀ ਨਹੀਂ ਲਾਉਣਗੇ ਜਿੱਦਾਂ ਉਹਨਾਂ ਦੀ ਸਿਹਤ ਤੇ ਬਾਕੀ ਸਾਡਾ ਫਰਜ਼ ਹੈ ਦੱਸਣਾ ਹਨਾ ਅਸੀਂ ਮਾਸਕ ਵੀ ਉੱਥੇ ਰੱਖੇ ਆ ਜਾ ਕੇ ਸੈਨੀਟਾਈਜ਼ਰ ਵੀ ਉੱਥੇ ਰੱਖਿਆ ਵਾ ਤੇ ਜੇ ਹੁਣ ਮਤਲਬ ਸਾਡੇ ਕਹਿਣ ਤੇ ਵੀ ਕੋਈ ਨਾ ਸਾਡੇ ਮਤਲਬ उन्होंने फॉलो करूंगा तो फिर साढ़े वास्ते कुछ नहीं है ना। देखो इसमें एक बात मैं क्लियर कर दूं जो आपका ये प्रश्न है जैसा डॉक्टर साहब ने बताया लगातार मेडिकल वॉलंटियर भी रहते हैं बाहर सैनिटाइजर और मास्क की भी व्यवस्था रहती है। एक आधी बार हो गई होगी कोई चूक उस पर भी हम उसका एनालिसिस करेंगे उस पर नजर बनाएंगे। एक विषय एक और इस विषय में आ जाती है एक बात और कि अगर हम मान लीजिए कोई कमेटी के लोग या कोई भी व्यक्ति मिलने आता है या कोई अधिकारी मिलने आते हैं अगर उनसे ना मिले तो फिर एक ये प्रश्न खड़ा होने लग जाता है कि भाई आप तो बातचीत ही नहीं करना चाहते आप तो सुनना ही नहीं चाहते आप एक अड़ियल रवैया अपना लेते हैं। इसीलिए जगजीत सिंह डल्लेवाल जी के भी हमेशा स्वयं से ये प्रयास रहा है कि जिस दिन वो बेहोश हो गए थे उस दिन भी उन्होंने डॉक्टर अवतार जी भी वहीं थे उस दिन भी उन्होंने बेहोशी से होश में आते ही सबसे पहले ये बात कही थी कि भाई जो वीडियो कॉन्फ्रेंसिंग से जुड़ना उसकी क्या तैयारी चल रही है। डॉक्टर साहब ने हम सबने कहा कि आपका स्वास्थ्य ठीक नहीं है। उन्होंने अगली बात ये कही कि अगर आज हम नहीं जुड़े तो इससे ये जाएगा कि हमारा स्टैंड हमारा रुख सही नहीं है हमें मुद्दों का मालूम नहीं है या फिर हम अड़ियल रुख अपना रहे हैं इसलिए आप जुड़िए। उनकी सख्त हिदायत हो जाती है तो इसलिए सारी चीजों को बैलेंस करके थोड़ा देखना पड़ता है चलना पड़ता है। देखो उस पे हम डॉक्टर साहब जो मेडिकल एक्सपर्ट हैं उनसे सलाह मशवरा करके उस पर जरूर कुछ ना कुछ फैसला लें। अभी सुबह वो बात आई थी टेस्ट करने की तो डल्लेवाल साहब ने कहा कि मेरी सेहत अभी इजाजत नहीं दे रही है वो ठीक नहीं है अभी उसको रोक लीजिए अभी उसको। अगर वो आए हैं तो उनसे देखते हैं क्या बातचीत होगी उसके बाद हम आपको बताएंगे। साथियों एक जरूरी पॉइंट रह गया 1 मिनट का ਤੁਹਾਨੂੰ ਪਤਾ ਹੋਣਾ ਵੀ ਆਪਣਾ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ
ਜਿਹੜੇ ਸਿੱਖ ਆਪਣੀਆਂ ਕੈਦਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਦੀ ਰਿਹਾਈ ਦੀ ਖਾਤਰ 2 ਸਾਲ ਤੋਂ ਮੋਰਚਾ ਚੱਲ ਰਿਹਾ। ਅੱਜ 7 ਜਨਵਰੀ ਨੂੰ ਉਹਨਾਂ ਦਾ ਪੂਰੇ 2 ਸਾਲ ਹੋ ਗਏ ਸੀਗੇ। ਅੱਜ ਉਹਨਾਂ ਨੇ ਉਹ ਜਿਹੜੀ ਕਮੇਟੀ ਹੈਗੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਕਮੇਟੀ, ਜਿਹੜੀ ਸਾਡੇ ਨਾਲ ਵੀ ਇੱਥੇ ਸਾਰੇ ਪ੍ਰੋਗਰਾਮਾਂ 'ਚ ਜਥੇ ਲੈ ਕੇ ਸ਼ਾਮਲ ਹੁੰਦੀ ਰਹੀ ਹੈ, ਉਹਨਾਂ ਵੱਲੋਂ ਅੱਜ ਪ੍ਰੋਟੈਸਟ ਦਾ ਪ੍ਰੋਗਰਾਮ ਰੱਖਿਆ ਸੀਗਾ ਵੀ ਸਾਰੇ ਪੰਜਾਬ 'ਚੋਂ ਇਕੱਠੇ ਹੋ ਕੇ ਸੀਐਮ ਦੀ ਕੋਠੀ ਤੱਕ ਰਿਹਾਇਸ਼ ਤੱਕ ਪ੍ਰੋਟੈਸਟ ਮਾਰਚ ਕਰਨਾ ਸੀ। ਪਰ ਮਹਾਲੀ ਦੀ ਪੁਲਿਸ ਵੱਲੋਂ, ਪੰਜਾਬ ਦੀ ਪੁਲਿਸ ਵੱਲੋਂ ਤੇ ਖਾਸ ਕਰਕੇ ਚੰਡੀਗੜ੍ਹ ਦੀ ਪੁਲਿਸ ਵੱਲੋਂ ਜੋ ਉਹਨਾਂ ਪ੍ਰਤੀ ਰਵੱਈਆ ਅਖਤਿਆਰ ਕੀਤਾ ਗਿਆ, ਪਹਿਲਾਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਉੱਥੋਂ ਤੱਕ ਆਉਣ ਨਹੀਂ ਦਿੱਤਾ ਗਿਆ। ਜਿੰਨੇ ਕੁ ਬੰਦੇ ਫਿਰ ਉੱਥੋਂ ਚੱਲ ਕੇ ਉਧਰ ਨੂੰ ਤੁਰੇ, ਜਿਹਦੇ ਪਹਿਲਾਂ ਜਿੱਥੇ ਬੈਰੀਕੇਡ ਸੀਗਾ, ਜਿਵੇਂ ਆਪਣੇ ਤੇ ਅਥਰੂ ਗੈਸ ਸਿੱਟੇ ਐ, ਆਈ ਉਹਨਾਂ ਨੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਨੇ, ਅਥਰੂ ਗੈਸ ਸਿੱਟਿਆ ਤੇ ਅਥਰੂ ਗੈਸ ਦੇ ਗੋਲੇ, ਜਿੱਥੇ ਉਹ ਮੋਰਚੇ ਦਾ ਸੈਂਟਰ ਹੈ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਹੈਗੀ ਆ ਆਪਣਾ, ਉੱਥੇ ਪ੍ਰਕਾਸ਼ ਕੀਤਾ ਹੋਇਆ 24 ਘੰਟੇ, ਉੱਥੋਂ ਤੱਕ ਆ ਕੇ ਵੀ ਜਿਹੜੇ ਗੋਲੇ ਆ ਉਹ ਡਿੱਗੇ ਨੇ, ਅਥਰੂ ਗੈਸ ਦੇ ਗੋਲੇ, ਤੇ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਨੇ ਅੱਗ ਲੱਗਣ ਤੋਂ ਬਚਾਇਆ। ਜੇ ਉੱਥੇ ਅੱਗ ਲੱਗ ਜਾਂਦੀ ਉਹਨਾਂ ਗੋਲਿਆਂ ਦੇ ਨਾਲ ਉਸ ਪਾਲਕੀ ਦੇ ਵਿੱਚ, ਤਾਂ ਸ਼ਾਇਦ ਪੰਜਾਬ ਦੇ ਵਿੱਚ ਪਤਾ ਨਹੀਂ ਹੋਰ ਹੀ ਜਿਹੜਾ ਮਾਹੌਲ ਹੈ ਉਹ ਬਦਲ ਜਾਣਾ ਸੀਗਾ। ਸੋ ਇਸ ਕਰਕੇ ਅਸੀਂ ਦੋਨੇ ਫੋਰਮਾਂ ਵੱਲੋਂ ਪੰਜਾਬ ਸਰਕਾਰ ਦੀ, ਆਪਣੀ ਪੁਲਿਸ ਦੀ, ਮਹਾਲੀ ਵਾਲੀ ਪੁਲਿਸ ਦੇ, ਖਾਸ ਕਰਕੇ ਚੰਡੀਗੜ੍ਹ ਪੁਲਿਸ ਨੇ ਜਿਹਨਾਂ ਨੇ ਗੋਲੇ ਸਿੱਟੇ ਅਥਰੂ ਗੈਸ ਦੇ, ਉਹਨਾਂ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਾਂ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਜਾਬਰ ਕਦਮ ਹੈ, ਨਾਦਰਸ਼ਾਹੀ ਕਦਮ ਹੈ, ਉਹਦਾ ਡਟ ਕੇ ਵਿਰੋਧ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।